इस मोर्चे की जितन की सोच नूं सामने रख के ते लोकां दी मंग नूं सामने रख के भावना नूं कदर करदिआं होइआं ये मोर्चे के हित विच असीं ये फैसला करके लखे नूं जिहड़ा सी जिस तरह पहलां साडे नाल चलदा सी इसे तरह साडे नाल अगे चले। सो जिहड़ी साडी जिम्मेवारी लाई गई सी वो असीं अपनी जिम्मेवारी ते कायम आ ते असीं इस चीज़ की जिहड़ी आ वो गल करांगे। हुण जिम्मेवारी साडी है ना कि किसी होर दी। संयुक्त मोर्चा सारा लखे दे नाल है, लखा साडा बच्चा है ते मैं तो ये गल कहूँगा जे पंजाब जे कोई भी पुलिस उन्होंने अरैसट करने की गल करती है कोशिश करती है तो वो पहला मैं तो कहूँगा मैनू करे। जिम्मेवारियां एवं थोड़ियां चुक्कियां जांदियां ने, जिम्मेवारियां किसी गल ते ही चुक्कियां जांदियां ने। असीं कोई बच्चे नहीं हाँ। रोजाना स्पोक्समैन देख रहे तमाम दर्शकों का मैं शैशव नागरा स्वागत करना। दोस्तों इस वक्त दी वड्डी अपडेट लैके थोड़े हाजिर होए हैं। वड्डी अपडेट ये है कि 26 तरीक तो बाद किसान जथेबंदियां संयुक्त मोर्चा ते ਲੱਖਾ ਸਿਧਾਣਾ ਦਾ ਆਪਸੀ ਜਿਹੜਾ ਮਤਭੇਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਅੱਜ ਸਮਝੌਤਾ ਹੋ ਗਿਆ ਹੈ। ਜੀ ਹਾਂ, 32 ਜਥੇਬੰਦੀਆਂ ਵੱਲੋਂ ਇੱਕ 3 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਡਾਕਟਰ ਦਰਸ਼ਨਪਾਲ ਡੱਲੇਵਾਲ ਸਾਹਿਬ ਸਿਰਸਾ ਸਾਹਿਬ ਉਸ ਕਮੇਟੀ ਦੇ 3 ਮੈਂਬਰੀ ਕਮੇਟੀ ਦੇ ਮੈਂਬਰ ਸਨ, ਜਿਸ ਨੇ ਅੱਜ ਇਹ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲੱਖਾ ਸਿਧਾਣਾ ਸਟੇਜ ਤੇ ਨਜ਼ਰ ਆਣਗੇ ਤੇ ਇਸ ਅੰਦੋਲਨ ਦਾ ਹਿੱਸਾ ਬਣਦੇ ਹੋਏ ਨਜ਼ਰ ਆਣਗੇ। ਇਸ ਬਾਬਤ ਗੱਲ ਕਰਨ ਦੇ ਲਈ ਮੇਰੇ ਨਾਲ ਬਲਦੇਵ ਸਿੰਘ ਸਿਰਸਾ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਰ। ਧੰਨਵਾਦ ਜੀ ਤੁਹਾਡਾ। ਇਹ ਸਾਰੀ ਜੇ ਮੈਂ ਗੱਲ ਕਰਾਂ ਜਿਹੜਾ ਅੱਜ ਸਮਝੌਤਾ ਬਣਿਆ ਹੈ ਇਹ ਕਿਸ ਤਰ੍ਹਾਂ ਕਿੱਥੋਂ ਸ਼ੁਰੂ ਹੁੰਦਾ ਹੈ, ਕਦੋਂ ਇਹ ਕਮੇਟੀ ਬਣਦੀ ਹੈ ਤੇ ਕੀ ਸੰਯੁਕਤ ਮੋਰਚੇ ਦੀ ਵੀ ਪੂਰੀ ਸਹਿਮਤੀ ਬਣ ਗਈ ਹੈ ਜਾਂ ਫਿਰ ਸਿਰਫ 32 ਜਥੇਬੰਦੀਆਂ ਦੀ ਹੈ? नहीं जी देखो इस ਜਿਹੜਾ ਸੀ मैं ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਵਾਂ ਕਿਉਂਕਿ ਜਦੋਂ ਤੋਂ ਸਾਡਾ ਆਪਸੀ ਜਿਹੜੇ ਵਿਖਰੇਵੇਂ ਹੋਏ ਤੇ ਸੋਸ਼ਲ ਮੀਡੀਆ ਤੇ ਇਹ ਗੱਲਬਾਤ ਜਦੋਂ ਚੱਲੀ ਸੀ ਤੇ ਉਸ ਟਾਈਮ ਤੇ ਇੱਕ ਤਾਂ ਜਿੰਨੇ ਵੀ ਇਸ ਮੋਰਚੇ ਦੇ ਹਮਾਇਤੀ ਨੇ ਉਹਨਾਂ ਸਾਰਿਆਂ ਦੀ ਇੱਕ ਮੰਗ ਸੀ, ਚਾਹੇ ਉਹ ਕਲਾਕਾਰ ਨੇ, ਚਾਹੇ ਕਬੱਡੀ ਦੇ ਖਿਲਾੜੀ ਨੇ ਜਾਂ ਕੋਈ ਹੋਰ ਪਲੇਅਰ ਨੇ, ਉਹਨਾਂ ਸਾਰੇ ਲੋਕਾਂ ਦੀ ਦੇਸ਼ ਵਿਦੇਸ਼ ਵਿੱਚ ਬੈਠੇ ਧਾਰਮਿਕ ਲੋਕਾਂ ਦੀ ਅਤੇ ਬੁੱਧੀਜੀਵੀਆਂ ਦੀ ਸਾਰਿਆਂ ਦੀ ਇੱਕ ਸੋਚ ਸੀ ਕਿ ਤੁਸੀਂ ਇਕੱਠੇ ਹੋ। ਉਹਨਾਂ ਸਾਰਿਆਂ ਦੀ ਇੱਕ ਮੰਗ ਸੀ। ਉਸ ਮੰਗ ਦੇ ਆਧਾਰ ਤੇ ਹੀ ਜਿਹੜਾ ਸੀ ਸਾਡੀ 32 ਮੈਂਬਰੀ ਕਮੇਟੀ ਦੇ ਵਿੱਚ ਜਿਹੜੀ ਕਿ ਪੰਜਾਬ ਤੋਂ ਚੱਲੀ ਸੀ ਉਹਨਾਂ ਦੇ ਵਿੱਚ ਵਿਚਾਰ ਚਰਚਾ ਹੋਈ। ਉੱਥੇ ਉਹ ਵਿਚਾਰ ਕਰਕੇ ਤੇ ਸਾਡੀ 3 ਮੈਂਬਰੀ ਕਮੇਟੀ ਜਿਹੜੀ ਸੀ ਸਾਡੀ ਜ਼ਿੰਮੇਵਾਰੀ ਲਾਈ ਗਈ, ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ, ਡਾਕਟਰ ਦਰਸ਼ਨਪਾਲ ਜੀ ਤੇ ਮੇਰੀ 3 ਮੈਂਬਰੀ ਕਮੇਟੀ ਵਿੱਚ ਸਾਡੀ ਜ਼ਿੰਮੇਵਾਰੀ ਲਾਈ ਗਈ ਸੀ ਕਿ ਤੁਸੀਂ ਦੋਵਾਂ ਲੱਖੇ ਨਾਲ ਗੱਲਬਾਤ ਕਰਕੇ ਤੇ ਉਧਰ ਦੂਸਰੇ ਪਾਸੇ ਜਿਹੜਾ ਸੀ ਸੰਯੁਕਤ ਮੋਰਚਾ ਉਹਨਾਂ ਦੇ ਵਿੱਚ ਉਹ ਗੱਲਬਾਤ ਕਰਕੇ ਤੇ ਪ੍ਰਵਾਨਗੀ ਲੈ ਕੇ ਤੇ ਤੁਸੀਂ ਇਹ ਫੈਸਲਾ ਕਰ ਸਕਦੇ ਹੋ। ਅਸੀਂ ਉਹ ਸਾਰਿਆਂ ਨਾਲ ਕਰਕੇ ਗੱਲਬਾਤ ਕਰਕੇ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਇਮਾਨਦਾਰੀ ਨਾਲ ਇਸ ਮੋਰਚੇ ਦੀ ਜਿੱਤਣ ਦੀ ਸੋਚ ਨੂੰ ਸਾਹਮਣੇ ਰੱਖ ਕੇ ਤੇ ਲੋਕਾਂ ਦੀ ਮੰਗ ਨੂੰ ਸਾਹਮਣੇ ਰੱਖ ਕੇ ਭਾਵਨਾ ਨੂੰ ਕਦਰ ਕਰਦਿਆਂ ਹੋਇਆਂ ਇਹ ਮੋਰਚੇ ਦੇ ਹਿੱਤ ਵਿੱਚ ਅਸੀਂ ਇਹ ਫੈਸਲਾ ਕਰਕੇ ਲੱਖੇ ਨੂੰ ਜਿਹੜਾ ਸੀ ਉਹ ਜਿਸ ਤਰ੍ਹਾਂ ਪਹਿਲਾਂ ਸਾਡੇ ਨਾਲ ਚੱਲਦਾ ਸੀ ਇਸੇ ਤਰ੍ਹਾਂ ਸਾਡੇ ਨਾਲ ਅੱਗੇ ਚੱਲੇਗਾ। ਲੱਖੇ ਸਿਧਾਣੇ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੋਣੀ, ਉਸ ਦੀ ਕੀ ਰਾਏ ਹੈ ਇਸ ਸਾਰੇ ਮਸਲੇ ਨੂੰ ਲੈ ਕੇ? ਦੇਖੋ ਜਦੋਂ ਕੋਈ ਫੈਸਲੇ ਹੁੰਦੇ ਨੇ ਤੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਉਹਦੇ 'ਚ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਮੁਮਨ ਕਰਨ ਤੋਂ ਬਾਅਦ ਜਿਹੜਾ ਉਹ ਫਿਰ ਗੱਲ ਜਿਹੜੀ ਚੱਲਦੀ ਆ। ਸੋ ਜਿਹੜੀ ਸਾਡੀ ਜ਼ਿੰਮੇਵਾਰੀ ਲਾਈ ਗਈ ਸੀ ਉਹ ਅਸੀਂ ਆਪਣੀ ਜ਼ਿੰਮੇਵਾਰੀ ਤੇ ਕਾਇਮ ਤੇ ਅਸੀਂ ਇਸ ਚੀਜ਼ ਦੀ ਜਿਹੜੀ ਆ ਉਹ ਗੱਲ ਕਰਾਂਗੇ। ਹੁਣ ਜ਼ਿੰਮੇਵਾਰੀ ਸਾਡੀ ਹੈ ਨਾ ਕਿ ਕਿਸੇ ਹੋਰ ਦੀ। ਹਾਂਜੀ, ਸੋ ਲੱਖਾ ਸਿਧਾਣਾ ਨਾਲ ਵੀ ਇਹੀ ਕਮੇਟੀ ਗੱਲ ਕਰੂਗੀ? ਹੋ ਚੁੱਕੀ ਹੈ ਸਾਰੀ ਗੱਲਬਾਤ ਹੋ ਕੇ ਅਸੀਂ ਫੈਸਲਾ ਲੱਖੇ ਨਾਲ ਵੀ ਡਾਇਰੈਕਟ ਗੱਲ ਹੋਊਗੀ? ਦੇਖੋ ਜੋ ਵੀ ਹੈ ਮੈਂ ਤੁਹਾਨੂੰ ਇਹ ਬੇਨਤੀ ਕੀਤੀ ਆ ਕਿ ਸਾਡੀ ਗੱਲਬਾਤ ਜੋ ਵੀ ਬਣਦੀ ਸੀ ਅਸੀਂ ਉਹ ਗੱਲਬਾਤ ਕਰਕੇ ਆਪਣਾ ਫੈਸਲਾ ਜਿਹੜਾ ਉਹ ਤਾਂ ਹੀ ਕੀਤਾ। ਜ਼ਿੰਮੇਵਾਰੀਆਂ ਐਵੇਂ ਥੋੜੀਆਂ ਚੁੱਕੀਆਂ ਜਾਂਦੀਆਂ ਨੇ, ਜ਼ਿੰਮੇਵਾਰੀਆਂ ਕਿਸੇ ਗੱਲ ਤੇ ਹੀ ਚੁੱਕੀਆਂ ਜਾਂਦੀਆਂ ਨੇ। ਅਸੀਂ ਕੋਈ ਬੱਚੇ ਨਹੀਂ ਹਾਂ। ਦੇਖੋ ਡਾਕਟਰ ਦਰਸ਼ਨਪਾਲ ਜੀ ਨੇ ਇੱਕ ਜ਼ਿੰਮੇਵਾਰ ਵਿਅਕਤੀ ਨੇ, ਸਰਦਾਰ ਜਗਜੀਤ ਸਿੰਘ ਡੱਲੇਵਾਲ ਹੈ, ਮੈਂ ਵੀ ਹਾਂ। ਅਸੀਂ 3 ਮੈਂਬਰਾਂ ਨੇ ਮਤਲਬ ਕਿ ਜਿਹੜੀ ਆ ਕਮੇਟੀ ਨੇ ਅਸੀਂ ਆਪਣੀ ਸਾਰੀ ਪੜਚੋਲ ਕਰਕੇ ਵਿਸ਼ਵਾਸ 'ਚ ਉਹਨਾਂ ਨੂੰ ਮਤਲਬ ਕਿ ਲੈ ਕੇ ਤੇ ਫਿਰ ਹੀ ਅਸੀਂ ਜਿਹੜਾ ਫੈਸਲਾ ਕੀਤਾ ਹੈ ਤੇ ਫੈਸਲਾ ਜਿਹੜਾ ਕੀਤਾ ਇਹ ਮੋਰਚੇ ਦੇ ਹਿੱਤ ਵਿੱਚ ਲੋਕਾਂ ਦੀ ਆਵਾਜ਼ ਨੂੰ ਭਾਵਨਾਵਾਂ ਨੂੰ ਮਤਲਬ ਕਿ ਸਨਮੁੜ ਰੱਖਦਿਆਂ ਹੋਇਆਂ ਅਸੀਂ ਇਹ ਫੈਸਲਾ ਲਿਆ। ਸੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੇਸ ਆ ਉਹਨਾਂ ਤੇ ਕੋਈ ਪੁਲਿਸ ਪ੍ਰਸ਼ਾਸਨ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਕੋਈ ਹੋਰ ਪੈਂਤੜਾ ਅਪਣਾਉਂਦੀ ਹੈ, ਕੀ ਸੰਯੁਕਤ ਮੋਰਚਾ ਪੰਜਾਬ ਦੀ ਜਥੇਬੰਦੀਆਂ ਉਸ ਗੱਲ ਦਾ ਵਿਰੋਧ ਕਰਨਗੇ ਡਟ ਕੇ? ਸੰਯੁਕਤ ਮੋਰਚਾ ਸਾਰਾ ਲੱਖੇ ਦੇ ਨਾਲ ਹੈ, ਲੱਖਾ ਸਾਡਾ ਬੱਚਾ ਹੈ
ਤੇ ਮੈਂ ਤਾਂ ਇਹ ਗੱਲ ਕਹੂੰਗਾ ਜੇ ਪੰਜਾਬ ਜੇ ਕੋਈ ਵੀ ਪੁਲਿਸ ਉਹਨੂੰ ਅਰੈਸਟ ਕਰਨ ਦੀ ਗੱਲ ਕਰਦੀ ਆ, ਕੋਸ਼ਿਸ਼ ਕਰਦੀ ਆ, ਤੇ ਉਹ ਪਹਿਲਾਂ ਮੈਂ ਤਾਂ ਕਹੂੰਗਾ ਮੈਨੂੰ ਕਰੇ, ਕਿਉਂਕਿ ਮੇਰੇ ਤੇ NIA ਦਾ ਵੀ ਨੋਟਿਸ ਹੈ, ਜਿਹੜੇ ਬਾਕੀ ਦੇ ਸਾਰਿਆਂ ਦੇ 26 ਵਾਲੇ ਪਰਚੇ ਨੇ ਉਹ ਵੀ ਸਾਰਿਆਂ ਤੇ ਉਹ 'ਚ ਵੀ ਮੈਂ ਸ਼ਾਮਲ। ਫਿਰ ਉਸ ਤੋਂ ਬਾਅਦ ਮੇਰੇ ਤੇ ਇੱਕ ਹੋਰ ਹੈ ਜਿਹੜਾ ਦਿੱਲੀ ਪ੍ਰਭਾਰੀ ਵੱਲੋਂ ਜਿਹੜਾ ਉਹ ਹੋਇਆ, ਇੱਕ ਹੋਰ ਹੈ ਉੱਤੇ, ਤੇ ਫਿਰ ਮੈਨੂੰ ਵੀ ਕਰ ਲੈ ਯਾਰ, ਸਭ ਤੋਂ ਪਹਿਲਾਂ ਮੈਨੂੰ ਕਰੇ ਤੇ ਉਸ ਤੋਂ ਬਾਅਦ ਬਾਕੀਆਂ ਨੂੰ ਕਰ ਲੈ, ਲੱਖੇ ਨੂੰ ਵੀ ਕਰ ਲੈ। ਸੋ ਜੇ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਬਾਹਰ ਬੈਠੇ ਸਾਡੇ ਭਰਾ ਨੇ ਜਾਂ ਫਿਰ ਕਬੱਡੀ ਦੇ ਪਲੇਅਰ ਹੋਣ, ਉਹ ਇਹ ਚਾਹੁੰਦੇ ਨੇ ਕਿ ਸੰਯੁਕਤ ਮੋਰਚਾ ਜਾਂ ਜਿਹੜੀਆਂ ਵੀ ਇਸ ਅੰਦੋਲਨ ਨਾਲ ਜੁੜੇ ਹੋਏ ਲੋਕ ਨੇ ਉਹ ਇਕੱਠੇ ਹੋਣ। ਉਹਦੇ ਵਿੱਚ ਲੱਖਾ ਸਿਧਾਣਾ ਦੀ ਤਾਂ ਚਲੋ ਗੱਲ ਹੋਗੀ, ਉਸ ਤੋਂ ਇਲਾਵਾ ਹੋਰ ਵੀ ਕਈ ਨਾਮ ਨੇ ਕਿ ਉਹਨਾਂ ਤੇ ਵੀ ਚਰਚਾ ਚੱਲ ਰਹੀ ਹੈ। ਜੇ ਮੈਂ ਗੱਲ ਕਰਾਂ ਸੰਯੁਕਤ, ਤੁਸੀਂ ਦੇਖੋ ਮੇਰੀ ਇੱਕ ਬੇਨਤੀ ਹੈ, ਅੱਜ ਅਸੀਂ ਇਹ ਫੈਸਲਾ ਕੀਤਾ ਜਦੋਂ ਵੀ ਕੋਈ ਗੱਲ ਸਾਹਮਣੇ ਆਉਂਦੀ ਆ, ਕੋਈ ਮਸਲਾ ਸਾਹਮਣੇ ਆਉਂਦਾ ਤੇ ਉਦੋਂ ਉਹਦਾ ਕੀਤਾ ਜਾਂਦਾ, ਕੋਈ ਨਵਾਂ ਮਸਲਾ ਕੋਈ ਫੇਰ ਆਵੇ ਤੇ ਉਹ ਤੇ ਫੇਰ ਵਿਚਾਰਾ ਹੁੰਦੀਆਂ ਨੇ। ਸਾਡੇ ਕੋਲ ਸਿਰਫ ਤੇ ਸਿਰਫ ਅੱਜ ਦਾ ਜਿਹੜਾ ਅਸੀਂ ਫੈਸਲਾ ਜੋ ਸਾਡੀ ਜ਼ਿੰਮੇਵਾਰੀ ਲੱਗੀ ਉਹ ਅਸੀਂ ਨਿਭਾ ਦਿੱਤੀ ਹੈ। ਅੱਗੇ ਕੀ ਹੁੰਦਾ ਕੀ ਨਹੀਂ ਉਹ ਆਉਣ ਵਾਲੇ ਸਮੇਂ 'ਚ ਵੇਖਿਆ ਜਾਂਦਾ। ਸੋ ਜੇ ਕੱਲ ਨੂੰ ਕੋਈ ਜਿਸ ਤਰ੍ਹਾਂ ਪਾਰਲੀਮੈਂਟ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਵੀ ਉਹਨਾਂ ਨੂੰ ਨਾਲ ਰੱਖਿਆ ਜਾਊਗਾ, ਮੂਹਰੇ ਰੱਖਿਆ ਜਾਊਗਾ, ਜਾਂ ਫਿਰ ਇਹ ਸਿਰਫ ਇੱਕ ਸਹਿਮਤੀ ਬਣਾ ਕੇ ਮੈਸੇਜ ਦਿੱਤਾ ਕਿ ਅਸੀਂ ਇਕੱਠੇ ਹਾਂ? ਬੇਟਾ ਜੀ ਜਦੋਂ ਮੈਂ ਇਹ ਗੱਲ ਕਹਿਤੀ ਆ ਕਿ ਲੱਖਾ ਸਾਡਾ ਬੱਚਾ ਤੇ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਚੱਲੇਗਾ। ਜੇ ਕੋਈ ਉਸ ਤੋਂ ਬਾਅਦ ਜੇ ਕੋਈ ਗੱਲ ਹੋਈ ਆ ਤੇ ਅਸੀਂ ਤੇ ਬੱਚੇ ਨੂੰ ਸਮਝ ਕੇ, ਬੱਚਾ ਸਮਝ ਕੇ ਉਹਨੂੰ ਆਪਣੇ ਇੱਕ ਨਾਲ ਲਾ ਲਿਆ। ਅੱਗੋਂ ਇਹ ਬੱਚੇ ਦੀ ਜ਼ਿੰਮੇਵਾਰੀ ਹੈ ਨਾ, ਉਹ ਆਪਣੀ ਜ਼ਿੰਮੇਵਾਰੀ ਨਿਭਾਵੇ, ਅਸੀਂ ਆਪਣੀ ਨਿਭਾਤੀ, ਉਹ ਆਪਣੀ ਨਿਭਾਏਗਾ ਔਰ ਸਾਨੂੰ ਭਰੋਸਾ ਕਿ ਉਹ ਨਿਭਾਏਗਾ। ਬਸ ਇੱਕ ਜਿਹੜਾ PC ਦੇ ਵਿੱਚ ਵੀ ਅੱਜ ਗੱਲ ਹੋਈ ਹੈ ਕਿ ਹਮਲਾ ਜਿਹੜੇ ਹੋ ਰਹੇ ਨੇ, ਜਾਂ ਤੁਹਾਡੇ ਜਿਸ ਤਰ੍ਹਾਂ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਬੇਟੇ ਤੇ ਕਾਰ ਤੇ ਹਮਲਾ ਹੋਇਆ, ਜਾਂ ਫਿਰ ਜਿਹੜਾ ਭਾਜਪਾ ਆਗੂ ਦੇ ਨਾਲ ਹੋਇਆ, ਉਹ ਸਾਰਾ ਕੁਝ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਇੱਥੇ ਸਵਾਲ ਇਹ ਉੱਠਦਾ ਕਿ ਜਿਹੜਾ ਇਹ ਨਫ਼ਰਤ ਦੀ ਰਾਜਨੀਤੀ ਹੈ, ਇਹਦਾ ਕਾਰਨ ਕੀ ਹੈ? ਕਿਉਂਕਿ ਦੋਨੋਂ ਤਰਫ ਤੋਂ ਜੇ ਆਪਾਂ ਉਧਰ ਵੀ ਗੱਲ ਕਰੀਏ ਤਾਂ ਉਧਰ ਵੀ ਕੋਈ ਅਨਸਰ ਇਹੋ ਜਿਹਾ ਕੁਝ ਕਰ ਰਹੇ ਨੇ ਤੇ ਇੱਧਰ ਵੀ ਇਹ ਇੱਦਾਂ ਦਾ, ਕਿਉਂਕਿ ਪਹਿਲਾਂ ਇਹੋ ਜਿਹੀ ਰਾਜਨੀਤੀ ਕੁੱਟਮਾਰ ਦੀ ਰਾਜਨੀਤੀ ਨਹੀਂ ਹੁੰਦੀ ਸੀ, ਪਰ ਹੁਣ ਇਹੋ ਜਿਹਾ ਮਾਹੌਲ ਕਿਉਂ ਬਣ ਗਿਆ? ਦੇਖੋ ਇਹ ਸੱਤਾ ਤੇ ਬੈਠੀ BJP ਪਾਰਟੀ ਕੇਂਦਰ ਵਿੱਚ ਰਾਜ ਕਰ ਰਹੀ ਆ, ਤੇ ਜਿਹੜੇ ਹਰਿਆਣੇ ਦੇ ਵਿੱਚ ਵੀ BJP ਦੀ ਸਰਕਾਰ ਹੈ, UP 'ਚ ਵੀ ਸਰਕਾਰ ਹੈ, ਤੇ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਉੱਥੇ ਕਾਂਗਰਸ ਦੀ ਸਰਕਾਰ ਹੈ। ਇਹ ਜਿੰਨੇ ਲੋਕ ਨੇ ਇਹ ਸਾਰੇ ਮਾਮੇ ਫੁੱਫੀ ਦੇ ਇੱਕ ਨੇ ਜਿੱਥੇ ਨਾ ਮਸਲਾ ਹੋਵੇਗਾ। ਜੇ ਹੁਣ ਮੇਰੇ ਬੇਟੇ ਤੇ ਹਮਲਾ ਹੋਇਆ ਤੇ ਉਹਦਾ ਤੇ ਉਹ ਇੱਕ ਆਦਮੀ ਫਾਰਮੈਲਿਟੀ ਤੌਰ ਦੇ ਉੱਤੇ ਕਾਬੂ ਕਰ ਲਿਆ ਜੀ, ਇਹ ਤਾਂ ਮੈਂਟਲ ਹੈ। ਹੁਣ ਮੇਰੇ ਬੱਚੇ ਦੀ ਦੂਸਰੀ ਵਾਰ ਬੇਟੇ ਦੀ ਮੇਰੀ ਗੱਡੀ ਦੇ ਤੇ ਹਮਲਾ ਹੋ ਗਿਆ, ਪਹਿਲਾਂ ਵੀ ਪਾ ਸਕਦੇ ਔਰ ਪਹਿਲਾਂ ਵੀ ਦਰਖਾਸਤ ਦਿੱਤੀ ਹੈ ਪੁਲਿਸ ਨੂੰ, ਉੱਥੇ ਅਜੇ ਤੱਕ ਕਾਰਵਾਈ ਨਹੀਂ। ਦੂਜੀ ਵਾਰ ਫੇਰ ਹਮਲਾ ਹੋ ਗਿਆ। ਜਿਹੜੀ ਤੁਸੀਂ ਹੁਣ ਮਲੋਟ ਦੀ ਗੱਲ ਕੀਤੀ ਹੈ, ਉੱਥੇ ਜਦੋਂ ਕਿ ਬੰਦ ਦੀ ਕਾਲ ਦਿੱਤੀ ਹੈ ਔਰ BJP ਦਾ ਉਹ ਜਿਹੜਾ MLA ਆ ਉੱਥੇ ਉਹ ਪ੍ਰੈਸ ਮੀਟਿੰਗ ਕਰਨ ਵਾਸਤੇ ਆ ਰਿਹਾ, ਸਾਡੇ ਜ਼ਖਮਾਂ ਤੇ ਲੂਣ ਪਾ ਰਹੇ ਨੇ ਉਹ ਲੋਕ, ਔਰ ਉਹਨੂੰ ਇੱਕ ਦੁਕਾਨ ਦੇ ਵਿੱਚ ਘੇਰਿਆ ਗਿਆ। ਔਰ ਉੱਥੇ ਜਦੋਂ ਉਹਨੂੰ ਘੇਰਿਆ ਗਿਆ, ਬਾਹਰ ਕਿਸਾਨ ਬੈਠੇ ਉੱਤੇ ਤੇ ਪੁਲਿਸ ਉੱਥੇ ਆਈ ਆ, ਔਰ ਪੁਲਿਸ ਜਿਹੜੀ ਆ ਉਹਨਾਂ ਨੂੰ ਕਹਿਤਾ, ਉੱਥੋਂ ਦੇ ਸਾਡੇ ਜਿਹੜੇ ਪ੍ਰਬੰਧਕ ਸੀ, ਜ਼ਿੰਮੇਵਾਰ ਸਨ, ਉਹਨਾਂ ਨੇ ਕਿਹਾ ਵੀ ਭਾਈ ਅਸੀਂ ਇਹਨੂੰ ਤੁਸੀਂ ਜਿਹੜਾ ਵੀ ਮੈਂ ਬੰਦੇ ਆਪਣੇ ਢਾਹ ਲੈਨੇ ਆ, ਪਰ ਇਹਨੂੰ ਇਹ ਗੱਲ ਕਹਿ ਦਿਓ ਵੀ ਇਹ ਗੱਲ ਕਰ ਦੇਣਾ, ਇਹ ਸਾਡੇ ਜ਼ਖਮਾਂ ਦੇ ਲੂਣ ਕਿਉਂ ਪਾਉਂਦੇ ਆ। ਪਰ ਪੁਲਿਸ ਉਹਨੂੰ ਜ਼ਬਰਦਸਤੀ ਕੱਢ ਕੇ ਲੈ ਕੇ ਚੱਲੀ ਆ, ਤੇ ਉੱਥੇ ਨੌਜਵਾਨ ਗੁੱਸੇ ਦੇ ਵਿੱਚ ਉਹਨਾਂ ਕਰਤਾ। ਪਰ ਵਿਚਾਰਨ ਵਾਲੀ ਗੱਲ ਇਹ ਆ ਵੀ ਉੱਥੇ ਉਹ ਆਪ ਪਰਚਾ ਨਹੀਂ ਕਰਾਉਂਦਾ, ਉੱਥੇ ਪਰਚਾ SSP ਕਰਾਉਂਦੀ ਆ, ਮੈਡਮ ਆ ਉੱਥੇ SSP, ਉਹ ਸਾਡੇ ਬੰਦਿਆਂ ਦੇ ਖਿਲਾਫ ਪਰਚਾ ਕਰਾਉਂਦੀ ਆ ਬਾਈ ਨੇ। ਔਰ ਜਦੋਂ ਬਾਈ ਨੇ ਪਰਚਾ ਕਰਾਉਂਦੀ ਆ, 3 ਬੰਦੇ ਇਸ ਸੰਸਾਰ ਤੇ ਹੀ ਹੈ ਨਹੀਂ, ਉਹਨਾਂ ਦੀ ਮੌਤ ਹੋ ਚੁੱਕੀ ਆ। ਇਹ ਕਿੰਨੇ ਕੁ ਕਾਬਿਲ ਅਫਸਰ ਨੇ ਜਿਹੜੇ ਬੰਦੇ ਤੇ ਹੈ ਹੀ ਨਹੀਂ ਸੰਸਾਰ ਤੇ, ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਤੇ ਵੀ ਪਰਚੇ ਕਰਾਉਂਦੇ ਨੇ। ਸਿਰਸਾ ਸਾਹਿਬ ਇੱਕ ਅਲੱਗ ਵਿਸ਼ਾ ਗੱਲ ਇਹ ਹੈ ਕਿ ਅਜਿਹੇ ਹਾਲਾਤ ਕਿਉਂ ਬਣ ਰਹੇ ਨੇ, ਚਾਹੇ ਮਲੋਟ ਵਾਲੀ ਘਟਨਾ ਹੋਵੇ ਉਹ ਵੀ ਨਿੰਦਣਯੋਗ ਹੈ, ਜਾਂ ਫਿਰ ਜਿਹੜਾ ਤੁਹਾਡੇ ਬੇਟੇ ਤੇ ਹਮਲਾ ਹੋਇਆ, ਦੋਨੋਂ ਹੀ ਨਿੰਦਣਯੋਗ ਨੇ, ਪਰ ਅਜਿਹੇ ਹਾਲਾਤ ਕਿਉਂ ਪੈਦਾ ਹੋ ਰਹੇ ਨੇ? ਇਹਦੇ ਵਿੱਚ ਦਹਿਸ਼ਤ ਪੈਦਾ ਕਰਾਉਣ ਵਾਸਤੇ, ਇਹ ਸਾਡੇ ਮੋਰਚੇ ਦਾ ਧਿਆਨ ਦੂਸਰੇ ਪਾਸੇ ਲਾਉਣ ਵਾਸਤੇ। ਹੁਣ ਜਿਵੇਂ ਮੇਰੇ ਬੇਟੇ ਤੇ ਹਮਲਾ ਹੋਇਆ, ਮੈਂ ਜੇ ਉਹ ਜਿਹਾ ਹੁੰਦਾ ਤਾਂ ਮੈਂ ਭੱਜ ਉੱਠਦਾ ਵੀ ਮੇਰੇ ਬੇਟੇ ਦੀ ਗੱਡੀ ਭੰਨਤੀ ਆ, ਮੇਰੇ ਬੇਟੇ ਨੂੰ ਨਾ ਕਿਤੇ ਕਰ ਦੇਣ, ਤਾਂ ਮੈਂ ਇੱਥੋਂ ਭੱਜ ਉੱਠਾਂ, ਤੇ ਇਸ ਮੋਰਚੇ ਤੇ ਫਰਕ ਪਊ ਨਾ। ਇਸੇ ਤਰ੍ਹਾਂ ਕਿਸੇ ਹੋਰ ਨੂੰ ਪਊਗਾ, ਆਮ ਲੋਕਾਂ ਤੇ ਇਸ ਚੀਜ਼ ਦਾ ਪ੍ਰਭਾਵ ਪਏਗਾ। ਯਾਰ ਇਹ ਤੇ ਆਪਦੇ ਲੋਕਾਂ ਦੀ ਜਿਹੜੀ ਆ ਹਿਫਾਜ਼ਤ ਨਹੀਂ ਕਰ ਸਕਦੇ, ਆਪਣੇ ਪਰਿਵਾਰਾਂ ਦੀ ਨਹੀਂ ਹਿਫਾਜ਼ਤ ਕਰ ਸਕਦੇ। ਇੱਥੇ ਆ ਕੇ ਇਹਨਾਂ ਨੇ ਆਪਣੇ ਬੱਚਿਆਂ ਦਾ ਨਹੀਂ ਪਤਾ ਲਿਆ, ਇਹ ਸਾਡੀ ਕੀ ਕਰਨਗੇ। ਪਰ ਸਾਡਾ ਨਿਸ਼ਾਨਾ ਇਹ ਮੋਰਚਾ ਹੈ, ਸਾਡਾ ਨਿਸ਼ਾਨਾ ਇਹ ਤਿੰਨੇ ਕਾਨੂੰਨ ਰੱਦ ਕਰਾਉਣਾ, ਤੇ ਚੌਥਾ ਜਿਹੜਾ ਬਿਜਲੀ ਦਾ ਤੇ ਹੈਗਾ ਪਰਾਲੀ ਦਾ, ਉਹਦੇ ਸੰਬੰਧ ਵਿੱਚ ਹੈ। ਅਸੀਂ ਇਹ ਲਗਾਉਣੇ ਨੇ, ਨਾ ਕਿ ਅਸੀਂ ਕੁਝ ਹੋਰ ਕਰਨਾ। ਸੋ ਉਹ ਇੱਕ ਦਹਿਸ਼ਤ ਪੈਦਾ ਕਰਨ ਵਾਸਤੇ ਆ, ਸਰਕਾਰ ਇਸ ਚੀਜ਼ ਨੂੰ ਦਹਿਸ਼ਤ ਪੈਦਾ ਕਰਕੇ ਤੇ ਇਹ ਕੰਮ ਕਰ ਰਹੀ ਆ, ਜਿਸ ਕਰਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ।
ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਸੋ ਅਸੀਂ ਵੀ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਤਮਾਮ ਉਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਈ ਵਾਰ ਜਜ਼ਬਾਤੀ ਹੋ ਕੇ ਅਸੀਂ ਅਜਿਹਾ ਕਦਮ ਲੈ ਲੈਂਦੇ ਹਾਂ, ਕਿਉਂਕਿ ਕੁੱਟਮਾਰ ਕਰਨਾ ਜਾਂ ਫਿਰ ਫਿਜ਼ੀਕਲ ਅਟੈਕ ਕਰਨਾ ਕੋਈ ਵਿਰੋਧ ਦਾ ਸਹੀ ਤਰੀਕਾ ਨਹੀਂ ਹੈ। ਸੋ ਇਸ ਤੋਂ ਬਚਿਆ ਜਾਵੇ ਤੇ ਨਾਲ ਦੀ ਨਾਲ ਜਿਹੜੀ ਅੱਜ ਅਹਿਮ ਜਿਹੜੀ ਫੈਸਲਾ ਲਿੱਤਾ ਗਿਆ ਸੰਯੁਕਤ ਮੋਰਚਾ ਵੱਲੋਂ ਕਿ ਲੱਖਾ ਸਿਧਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਮੋਰਚਾ ਦਾ ਹਿੱਸਾ ਬਣਨਗੇ ਤੇ ਇਸ ਅੰਦੋਲਨ ਦਾ ਹਿੱਸਾ ਬਣਨਗੇ। ਸੋ ਫਿਲਹਾਲ ਤੱਕ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਕਰਨ ਬਸਰਾ ਨੇ। ਮੈਂ ਸ਼ਸ਼ਮ ਨਾਗਰਾ, ਧੰਨਵਾਦ।